बहुत बहुत धन्यवाद जी तुहाडा सारिਆਂ ਦਾ बहुत तुहाडा जीत वालिਆਂ ਦਾ ਧੰਨਵਾਦ ਤੁਸੀਂ ਆਏ ਹੋ ਭਾਈ ਸਾਹਿਬ ਇਹ ਕੀ ਕਰਨ ਲੱਗੇ ਹੋ ਅੱਗੇ ਅਕਾਲੀ ਦਲ ਲੁੱਟ ਕੇ ਲੈ ਗਿਆ ਹੁਣ ਤੁਸੀਂ ਇਹ ਵੀ ਲਾ ਕੇ ਲੈ ਜਾਣਾ ਕਿੱਥੇ ਮੁੱਖ ਤੌਰ ਤੇ ਆਪਣਾ ਰਾਜ ਬਣਾਉਣਾ ਕਿੱਥੇ 14 ਸੀਟਾਂ ਤੇ ਰਹਿ ਜਾਣਾ ਓਪੋਜੀਸ਼ਨ 'ਚ ਨਾ ਆਣਾ ਉਹ ਸਾਡੀ ਸ਼ਰਮ ਦੀ ਗੱਲ ਸੀ ਇਹ ਸਾਰੀਆਂ ਪਾਲਿਸੀਆਂ ਗਲਤ ਹੋਣ ਕਰਕੇ ਹੋਇਆ ਅਕਾਲੀ ਦਲ ਕਿਸੇ ਨੇ ਨਹੀਂ ਸੀ ਛੱਡਣਾ ਕਦੀ ਲਾਈਨਸ ਨਹੀਂ ਸੀ ਟੁੱਟਣਾ ਇਹ ਸਾਰੇ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਹ ਕੰਮ ਕਰਾਇਆ ਜਿਹੜੇ ਨਵੇਂ ਕਮਾਂਡਰ ਬਣੇ ਸਾਰਾ ਅਕਾਲੀ ਦਲ ਮਜੀਠੇ ਨੇ ਜਾੜਿਆ ਪਤਾ ਨਹੀਂ ਉਹਦੀ ਕੀ ਨੀਤੀ ਏ ਉਹ ਕੀ ਚਾਹੁੰਦਾ ਹੈ ਤੇ ਕਿਸਾਨੀ ਵਾਸਤੇ ਪਹਿਲਾਂ ਕੰਮ ਕਰਨਾ ਹੈ ਭਾਜਪਾ ਵਾਸਤੇ ਫਿਰ ਕੰਮ ਕਰਨਾ ਹੈ ਮੱਕੜ ਸਾਹਿਬ ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਕਾਫੀ ਯਾਰਾਨਾ ਰਿਹਾ ਤੁਹਾਡਾ ਕਾਫੀ ਦੋਸਤੀ ਰਹੀ ਹੈ ਫਿਰ ਕਿਉਂ ਪਾਰਟੀ ਨੂੰ ਅਲਵਿਦਾ ਸੁਖਬੀਰ ਸਿੰਘ ਬਾਦਲ ਤਾਂ ਮੇਰੇ ਹੱਥਾਂ 'ਚ ਪ੍ਰਧਾਨ ਬਣਿਆ ਮੇਰੇ ਘਰ ਤੋਂ ਸਿਆਸਤ ਸ਼ੁਰੂ ਕੀਤੀ ਸੀ ਉਹ ਫੋਟੋ ਲੱਗੀ ਏ ਮੈਂ ਅਜੇ ਉਤਾਰੀ ਨਹੀਂ ਮੇਰਾ ਕਹਿਣ ਦਾ ਮਸਲਾ ਹੈ ਕੋਈ ਏਮ ਹੀ ਨਹੀਂ ਰਿਹਾ ਪਾਰਟੀਆਂ ਦਾ ਕੋਈ ਸੰਸਕਾਰ ਹੀ ਨਹੀਂ ਰਿਹਾ ਵੀ ਕੌਣ ਸਾਡਾ ਪੁਰਾਣਾ ਹੈ ਤੇ ਕੌਣ ਸਾਡਾ ਸੇਵਕ ਹੈ ਤੇ ਕੌਣ ਪਾਰਟੀ ਦਾ ਹਮਦਰਦ ਹੈ ਮੱਕੜ ਸਾਹਿਬ ਕਾਂਗਰਸ ਦੀ ਗੱਲ ਕਰ ਲੈਂਦੇ ਆ ਹਜੇ ਵੀ ਖਿੱਚੋਤਾਣ ਚੱਲ ਰਹੀ ਹੈ ਸੀਐਮ ਨੂੰ ਲੈ ਕੇ ਵੇਖੋ ਉਹਨਾਂ ਦੀ ਤਾਂ ਖਿਚੜੀ ਪੱਕ ਗਈ ਉਹ ਹੁਣ ਸਣ ਤੇ ਆਈ ਹੈ ਉਹ ਤਾਂ ਨਹੀਂ ਉੱਠ ਪਾਣਗੇ ਬਿਲਕੁਲ ਕੀ ਲੱਗਦਾ ਕੈਪਟਨ ਅਮਰਿੰਦਰ ਸਿੰਘ ਹੋ ਸਕਦੇ ਨੇ ਚਿਹਰਾ ਜਾਂ ਕੋਈ ਬੀਜੇਪੀ ਦਾ ਨਹੀਂ ਮੈਂ ਕੋਈ ਬਿਆਨਬਾਜ਼ੀ ਨਹੀਂ ਕਰ ਸਕਦਾ ਮੈਂ ਨਾ ਜਦੋਂ ਆ ਸ਼ਸ਼ੋਪਨ ਜੀ ਪਈ ਵੀ ਇਹਨਾਂ ਨੇ ਟਿਕਟਾਂ ਬਦਲਣੀਆਂ ਨੇ ਪਰ ਮੈਨੂੰ ਕੋਈ ਖਤਰਾ ਨਹੀਂ ਸੀ ਮੈਨੂੰ ਸੁਖਬੀਰ ਬਾਦਲ ਜੀ ਪੁੱਛਣ ਲੱਗੇ ਸਰਬਜੀਤ ਜੀ ਤੁਹਾਡਾ ਕਿੱਦਾਂ ਮੈਂ ਕਿਹਾ ਜੀ ਸਾਰੇ ਮਰ ਜਾਣ ਮੈਂ ਤਾਂ ਕੈਂਟ ਚੋਂ ਇਲੈਕਸ਼ਨ ਲੜੂੰਗਾ ਉਹ ਕਹਿੰਦੇ ਉਹ ਕਿਉਂ ਮੈਂ ਕਿਹਾ ਤੁਸੀਂ 2 ਬੰਦੇ ਪਹਿਲਾਂ ਉੱਥੋਂ ਐਮਐਲਏ ਭਜਾ ਚੁੱਕੇ ਉੱਥੇ ਲੋਕਾਂ ਨੇ ਮੇਰੇ ਨਾਲ ਸ਼ਰਤ ਕੀਤੀ ਹੈ ਤੇ ਮੈਂ ਕਿਉਂ ਬਈ ਛੱਡਾਂਗਾ ਹਰ ਵਾਰੀ ਬੰਦੇ ਤਿਆਰ ਕਰ ਹੁੰਦੇ ਆ ਰਾਣੇ ਦੇ ਸਾਹਮਣੇ ਚੋਣ ਲੜਨੀ ਮੈਂ ਜਾਵਾਂ ਇੱਥੇ ਚੋਣ ਲੜਨੀ ਮੈਂ ਆਵਾਂ ਤੇ ਹੁਣ ਤੁਸੀਂ ਕਹੋ ਵੀ ਮੇਰੀ ਬਣੀ ਬਣਾਈ ਸੀਟ ਤੇ ਕਿਸੇ ਹੋਰ ਨੂੰ ਖਿਲਾਰ ਦਿਓ ਇਸ ਕਰਕੇ ਮੈਂ ਨਹੀਂ ਸੀਟ ਬਦਲਣੀ ਮੇਰੇ ਕਹਿਣ ਦਾ ਮਕਸਦ ਇਹ ਜਿਹੜੀਆਂ ਪਾਰਟੀਆਂ ਨੇ ਆਪਣੇ ਪੈਰਾਂ ਤੋਂ ਥਿੜਕ ਗਈਆਂ ਨੇ ਪਰ ਆਉਣ ਵਾਲੇ ਸਮੇਂ 'ਚ ਇਹ ਨਵੀਂ ਪਾਰਟੀ ਹੁਣ ਸਾਡੀ ਆਈ ਏ ਭਾਜਪਾ ਆਹ ਜਿਹੜੀ ਸੀ ਨਾ ਜੀ ਆਮ ਪਾਰਟੀ ਐਵੇਂ ਆਮ ਕਹੀ ਜਾਂਦੀ ਸੀ ਇਹ ਸਾਡਾ ਖਾਸ ਪਾਰਟੀ ਕਿਸੇ ਨੂੰ ਮਿਲਦੇ ਵੀ ਨਹੀਂ ਜਿਹਦੇ ਕੋਲ ਮਾਇਆ ਲੈ ਲਈ ਉਹਨੂੰ ਟਿਕਟ ਦੇ ਦਿੰਦੇ ਨੇ ਸਤਿ ਸ੍ਰੀ ਅਕਾਲ ਜੀ ਤੁਸੀਂ ਅਜੀਤ ਵੈਬ ਟੀਵੀ ਵੇਖ ਰਹੇ ਹੋ ਤੇ ਮੈਂ ਹਾਂ ਅਮਨਦੀਪ ਸਿੰਘ ਚੋਣਾਂ ਨੇੜੇ ਨੇ ਤੇ ਸਿਆਸੀ ਪਾਰਟੀਆਂ ਦੇ ਵਿੱਚ ਫੇਰ ਬਦਲ ਜਾਰੀ ਹੈ ਕੋਈ ਅਕਾਲੀ ਦਲ ਛੱਡ ਕੇ ਬੀਜੇਪੀ 'ਚ ਜਾ ਰਿਹਾ ਹੈ ਕੋਈ ਬੀਜੇਪੀ ਛੱਡ ਕੇ ਅਕਾਲੀ ਦਲ 'ਚ ਆ ਰਿਹਾ ਹੈ ਤੇ ਕੋਈ ਆਮ ਆਦਮੀ ਛੱਡ ਕੇ ਕਾਂਗਰਸ ਵਿੱਚ ਜਾ ਰਿਹਾ ਹੈ ਗੱਲ ਸਰਬਜੀਤ ਸਿੰਘ ਮੱਕੜ ਹੋਣਾ ਦੀ ਕਰਾਂਗੇ ਤੁਹਾਨੂੰ ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਵੱਲੋਂ 2017 ਦੇ ਵਿੱਚ ਜਲੰਧਰ ਕੈਂਟ ਤੋਂ ਚੋਣ ਲੜੇ ਸੀ ਤੇ ਹੁਣ 2022 ਦੀਆਂ ਚੋਣਾਂ ਬੀਜੇਪੀ ਵੱਲੋਂ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੇ ਨੇ ਤੇ ਬੀਜੇਪੀ ਦਾ ਪੱਲਾ ਫੜ ਚੁੱਕੇ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਮੱਕੜ ਸਾਹਿਬ ਸਵਾਗਤ ਹੈ ਅਜੀਤ ਵੈਬ ਟੀਵੀ 'ਚ ਥੈਂਕ ਯੂ ਜੀ ਵੈਲਕਮ ਜੀ ਮੱਕੜ ਸਾਹਿਬ ਕੀ ਮੰਨੀਏ ਰੋਲਾ ਟਿਕਟਾਂ ਦਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਦਿੱਤੀ ਟਿਕਟ ਬੀਜੇਪੀ ਦਾ ਪੱਲਾ ਫੜ ਲੈਣੇ ਆ ਬੀਜੇਪੀ ਤੋਂ ਟਿਕਟ ਮਿਲ ਗਈ ਹੈ ਮੈਂ ਬੇਸਿਕਲੀ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੀ ਟੀਮ ਨੂੰ ਬਹੁਤ ਲਾਈਕ ਕਰਦਾ ਸਾਡਾ 35 ਸਾਲ ਲਾਈਨਸ ਚੱਲਿਆ ਲਗਾਤਾਰ ਅਕਾਲੀ ਦਲ ਤੇ ਬੀਜੇਪੀ ਦਾ ਬੀਜੇਪੀ ਸੈਂਟਰ 'ਚ ਸਾਡੇ ਵੱਡੇ ਭਰਾ ਸੀ ਪੰਜਾਬ 'ਚ ਅਸੀਂ ਸੀਗੇ ਪਰ ਛੋਟਾ ਭਰਾ ਅਕਾਲੀ ਦਲ ਇੰਨਾ ਆਪਣੇ ਕਿਰਦਾਰ ਨੂੰ ਡਾਊਨ ਲੈ ਗਿਆ ਕਿ ਇਸ ਪਾਰਟੀ 'ਚ ਕੰਮ ਕਰਨ ਤੇ ਦਿਲ ਨਹੀਂ ਕੀਤਾ ਕਿੱਥੇ ਮੁੱਖ ਤੌਰ ਤੇ ਆਪਣਾ ਰਾਜ ਬਣਾਉਣਾ ਕਿੱਥੇ 14 ਸੀਟਾਂ ਤੇ ਰਹਿ ਜਾਣਾ ਓਪੋਜੀਸ਼ਨ 'ਚ ਨਾ ਆਣਾ ਉਹ ਸਾਡੀ ਸ਼ਰਮ ਦੀ ਗੱਲ ਸੀ ਇਹ ਸਾਰੀਆਂ ਪਾਲਿਸੀਆਂ ਗਲਤ ਹੋਣ ਕਰਕੇ ਹੋਇਆ ਅਕਾਲੀ ਦਲ ਕਿਸੇ ਨੇ ਨਹੀਂ ਸੀ ਛੱਡਣਾ ਕਦੀ ਲਾਈਨਸ ਨਹੀਂ ਸੀ ਟੁੱਟਣਾ ਇਹ ਸਾਰੇ ਇਹਨਾਂ ਦੀਆਂ ਗਲਤ ਨੀਤੀਆਂ ਨੇ ਇਹ ਕੰਮ ਕਰਾਇਆ ਜਿਹੜੇ ਨਵੇਂ ਕਮਾਂਡਰ ਬਣੇ ਨੇ ਮੱਕੜ ਸਾਹਿਬ ਪਹਿਲਾਂ ਵੋਟਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੰਗਦੇ ਸੀ ਹੁਣ ਬੀਜੇਪੀ ਵੱਲੋਂ ਮੰਗੋਗੇ ਜਾ ਕੇ ਨਹੀਂ ਮੈਂ ਤਾਂ ਦੋਨਾਂ ਪਾਸੇ ਮੰਗਦਾ ਰਿਹਾ ਬੀਜੇਪੀ ਅਕਾਲੀ ਦਲ ਇਕੱਠੇ ਸੀ ਤੇ ਜਿੱਤਾਂ ਹੁੰਦੀਆਂ ਰਹੀਆਂ ਤੇ ਕੋਈ ਫਰਕ ਨਹੀਂ ਹੈਗਾ ਮੈਨੂੰ ਫਰਕ ਲੱਗਾ ਹੀ ਨਹੀਂ 70% ਵਰਕਰ ਅੱਗੇ ਹੀ ਬੀਜੇਪੀ ਦਾ ਸੀ ਸਾਰੇ ਸ਼ਹਿਰ ਦੇ ਵਿੱਚ ਜਦੋਂ ਮੈਂ ਜਲੰਧਰ ਵਿੱਚ ਇਸ ਹਲਕੇ 'ਚ ਆਇਆ ਤੇ 5 ਬੰਦੇ ਮੈਨੂੰ ਮਿਲੇ ਸੀ ਸਿਰਫ ਜਹੇਦਾਰ ਬਾਕੀ ਕੋਈ ਲੈ ਗਿਆ ਪ੍ਰਗਟ ਸਿੰਘ ਕੋਈ ਲੈ ਗਿਆ ਜਗਬੀਰ ਸਿੰਘ ਤੇ ਬੁਰਾ ਹਾਲ ਸੀ ਤੇ ਮੈਨੂੰ ਇਹਨਾਂ ਨੇ ਹਲਕਾ ਫੜਾਇਆ ਜਦੋਂ ਪ੍ਰਗਟ ਸਿੰਘ ਭੱਜਿਆ ਤੇ ਮੈਨੂੰ ਤਾਂ ਆਣਾ ਪਿਆ ਮੱਕੜ ਸਾਹਿਬ ਕਿਸਾਨੀ ਅੰਦੋਲਨ ਇੱਕ ਵੱਡਾ ਅੰਦੋਲਨ ਰਿਹਾ ਬੀਜੇਪੀ ਦਾ ਵਿਰੋਧ ਹੁੰਦਾ ਰਿਹਾ ਦਿੱਲੀ ਦੀ ਬਰੂਹਾਂ ਤੇ ਕਿਸਾਨ ਬੈਠਾ ਰਿਹਾ ਤੇ ਲਗਾਤਾਰ
ਬੀਜੇਪੀ ਦਾ ਵਿਰੋਧ ਚੱਲਦਾ ਰਿਹਾ, ਹੁਣ ਤੁਸੀਂ ਬੀਜੇਪੀ ਦਾ ਪੱਲਾ ਫੜ ਲਿਆ, ਕੀ ਲੱਗਦਾ ਲੋਕਾਂ 'ਚ ਜਾਓਗੇ ਕਿ ਲੋਕ ਭੁੱਲ ਜਾਣਗੇ? ਮੁੱਦੇ ਤਾਂ ਯਾਦ ਰਹਿਣਗੇ ਹੀ ਨਾ, ਬੀਜੇਪੀ ਦਾ ਜਿਵੇਂ ਵਿਰੋਧ ਚੱਲਦਾ ਆਇਆ ਸੀ, ਉਸ ਨੂੰ ਕਿਵੇਂ ਵੇਖਦੇ ਹੋ? ਲੋਕਾਂ 'ਚ ਕਿਵੇਂ ਵਿਚਰੋਗੇ? ਇਹ ਗਲਤ ਚਰਚਾ ਦਾ ਵਿਸ਼ਾ ਹੈ। ਇੱਕ ਦੇਸ਼ ਆਪਣਾ ਤੌਰ ਤਰੀਕਾ ਬਣਾਉਂਦਾ ਕਿ ਮੈਂ ਕਿਵੇਂ ਇਕਨੋਮੀ ਨੂੰ ਠੀਕ ਕਰਨਾ ਹੈ, ਤੇ ਆਪਾਂ ਉਹਨੂੰ ਲੈ ਜਾਈਏ ਦੂਜੇ ਪਾਸੇ। ਮੈਂ ਕਿਸਾਨਾਂ ਦੇ ਨਾਲ ਧਰਨਿਆਂ ਤੇ ਬਹਿੰਦਾ ਰਿਹਾ, ਕਿਸਾਨਾਂ ਦੇ ਹਰ ਧਰਨੇ ਤੇ ਜਾਂਦਾ ਰਿਹਾ, ਤੇ ਕਿਸਾਨਾਂ ਦਾ ਮੇਨ ਸਾਥੀ ਆ। ਅੱਜ ਵੀ ਕਿਸਾਨਾਂ ਦਾ ਮਿਹਰ ਭਰਿਆ ਹੱਥ ਮੇਰੇ ਉੱਪਰ ਆ, ਤੇ ਉਹਨਾਂ ਦਾ ਨੁਮਾਇੰਦਾ ਵਾਂ, ਤੇ ਕਿਸਾਨੀ ਵਾਸਤੇ ਪਹਿਲਾਂ ਕੰਮ ਕਰਨਾ ਹੈ, ਭਾਜਪਾ ਵਾਸਤੇ ਫਿਰ ਕੰਮ ਕਰਨਾ ਹੈ। ਮੇਰੇ ਕਹਿਣ ਦਾ ਮਸਲਾ ਕੋਈ ਚਰਚਾ ਨਹੀਂ, ਇਹ ਤਾਂ ਸਾਡੀ ਓਪੋਜੀਸ਼ਨਾਂ ਨੇ ਬਣਾਈਆਂ ਨੇ। ਜੇ 35 ਸਾਲ ਇਸੇ ਫੁੱਲ ਨੂੰ ਵੋਟਾਂ ਪੈਂਦੀਆਂ ਰਹੀਆਂ ਨੇ, ਤੇ ਨਾਲ ਤਕੜੀ ਦਾ ਲਾਈਨ ਸੀ, ਪਰ ਲੇਕਿਨ ਜੇ ਤਕੜੀ ਹੁਣ ਖਤਮ ਹੀ ਹੋ ਗਈ ਤੇ ਕੀ ਕਰ ਸਕਦਾ ਬੰਦਾ? ਮੱਕੜ ਸਾਹਿਬ, ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਹੋਣਾ ਨਾਲ ਕਾਫੀ ਯਾਰਾਨਾ ਰਿਹਾ ਤੁਹਾਡਾ, ਕਾਫੀ ਦੋਸਤੀ ਰਹੀ ਹੈ, ਫਿਰ ਕਿਉਂ ਪਾਰਟੀ ਨੂੰ ਅਲਵਿਦਾ? ਸੁਖਬੀਰ ਸਿੰਘ ਬਾਦਲ ਤਾਂ ਮੇਰੇ ਹੱਥਾਂ 'ਚ ਪ੍ਰਧਾਨ ਬਣਿਆ, ਕੋਈ ਮੇਰੇ ਨਾਲ ਜ਼ਿਆਦਾ ਵੱਡੇ ਨਹੀਂ ਹੈਗੇ, ਮੇਰੇ ਤੋਂ ਸ਼ਾਇਦ ਸਾਲ ਛੋਟੇ ਆ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨਾਲ ਬਹੁਤ ਵੱਡਾ ਮੇਰਾ ਪਿਆਰ ਸਤਿਕਾਰ। ਉਸ ਵੇਲੇ ਮੈਂ ਉਹਨਾਂ ਦੇ ਨਾਲ ਤੁਰਿਆ ਸੀ ਜਦੋਂ ਸਰਦਾਰ ਬੇਅੰਤ ਸਿੰਘ ਨੇ ਚੀਫ ਮਿਨਿਸਟਰੀ ਆਪਣੀ ਬਣਾਈ ਸੀ। ਉਹ ਪਹਿਲਾਂ ਬਾਹਰ ਨਹੀਂ ਸੀ ਆਏ, ਤੇ ਉਦੋਂ ਬਾਹਰ ਆਏ ਸੀ, ਤੇ ਮੇਰੇ ਘਰ ਤੋਂ ਸਿਆਸਤ ਸ਼ੁਰੂ ਕੀਤੀ ਸੀ। ਉਹ ਫੋਟੋ ਲੱਗੀ ਏ, ਮੈਂ ਅਜੇ ਉਤਾਰੀ ਨਹੀਂ। ਮੇਰੇ ਕਹਿਣ ਦਾ ਮਸਲਾ, ਮੇਰਾ ਕੋਈ ਨਵਾਂ ਰਿਲੇਸ਼ਨ ਨਹੀਂ ਸੀ, ਤੇ ਮੇਰਾ ਇਹਨਾਂ ਦਾ ਪਰਿਵਾਰਕ ਰਿਲੇਸ਼ਨ ਵੀ ਸੀ, ਮੇਰਾ ਇਹਨਾਂ ਨਾਲ ਪੋਲੀਟੀਕਲ ਰਿਲੇਸ਼ਨ ਵੀ ਸੀ। ਪਰਿਵਾਰਕ ਰਿਲੇਸ਼ਨ ਤਾਂ ਕਦੀ ਕਿਸੇ ਦੇ ਖਤਮ ਨਹੀਂ ਹੁੰਦੇ, ਪਰ ਪੋਲੀਟੀਕਲ ਰਿਲੇਸ਼ਨ ਮੇਰਾ ਇਹਨਾਂ ਨਾਲ ਪੱਕਾ ਖਤਮ ਹੋ ਗਿਆ। ਮੱਕੜ ਸਾਹਿਬ, ਅਕਸਰ ਹੀ ਚਰਚਾ ਕਰਦੇ ਹੋ, ਇੰਟਰਵਿਊ 'ਚ ਤੁਸੀਂ ਕਹਿੰਦੇ ਹੋ ਕਿ ਬਾਦਲ ਪਰਿਵਾਰ ਅਤੇ ਸੁਖਬੀਰ ਸਿੰਘ ਬਾਦਲ ਹੋਣਾ ਤੇ ਮਜੀਠਾ ਭਾਰੂ ਹੈ। ਬਿਲਕੁਲ। ਇਸ ਤਰ੍ਹਾਂ ਕਿਉਂ ਲੱਗਦਾ ਤੁਹਾਨੂੰ? ਸਾਰਾ ਅਕਾਲੀ ਦਲ ਮਜੀਠੇ ਨੇ ਜਾੜਿਆ। ਪਤਾ ਨਹੀਂ ਉਹਦੀ ਕੀ ਨੀਤੀ ਏ, ਉਹ ਕੀ ਚਾਹੁੰਦਾ ਹੈ। ਉਹਨੇ ਸਾਰੇ ਪ੍ਰਕਾਸ਼ ਸਿੰਘ ਬਾਦਲ ਦੇ ਬੰਦਿਆਂ ਨੂੰ ਬੇਇੱਜ਼ਤ ਕਰਾਇਆ। ਉਹਦੀ ਪਤਾ ਨਹੀਂ ਕੀ ਉਹ ਪੜ੍ਹਾਉਂਦਾ ਸੁਖਬੀਰ ਜੀ ਨੂੰ, ਤੇ ਸੁਖਬੀਰ ਜੀ ਪੜ੍ਹ ਕੇ ਸਾਰੇ ਫੈਸਲੇ ਗਲਤ ਲੈ ਲੈਂਦੇ ਨੇ, ਤੇ ਅੱਜ ਪਾਰਟੀ ਉੱਥੇ ਚਲੀ ਗਈ ਜਿੱਥੇ ਸਥਾਨ ਕਦੀ ਕੋਈ ਦੇਖ ਨਹੀਂ ਸੀ ਸਕਦਾ। ਸਿੱਖਾਂ ਵੱਲੋਂ ਬਦਨਾਮੀ ਹੋ ਗਈ ਕਿ ਅਸੀਂ ਬੇਅਦਬੀ ਕਰਾਈ ਹੈ, ਨਸ਼ਿਆਂ 'ਚ ਆਪਾਂ ਫੜੇ ਗਏ, ਕਰਪਸ਼ਨ 'ਚ ਆਪਾਂ ਲੋਕਾਂ ਦੇ ਸਾਹਮਣੇ ਆ ਗਏ। ਮੇਰਾ ਕਹਿਣ ਦਾ ਮਸਲਾ, ਜੇ ਕਰਪਸ਼ਨ ਦੇ ਵਿੱਚ ਵੀ ਆਪਾਂ ਸਾਹਮਣੇ ਆ ਗਏ, ਸਾਰੀਆਂ ਗੱਲਾਂ ਦੇ ਵਿੱਚ ਵੀ ਸਾਹਮਣੇ ਆ ਗਏ, ਤੇ ਆਪਾਂ ਕੀ ਕਰਾਂਗੇ? ਕਿਵੇਂ ਲੋਕਾਂ ਨੂੰ ਸਮਝਾਵਾਂਗੇ? ਅਸੀਂ ਤਾਂ ਹੀ ਹਰੇ ਹਾਂ ਪਿਛਲੀ ਵਾਰੀ, ਅਸੀਂ ਆਪ ਥੋੜਾ ਹਰੇ ਹਾਂ, ਸਾਡੀ ਪਾਰਟੀ ਹਰੀ ਹੈ। ਤੇ ਭਾਜਪਾ ਦਾ ਲਗਾਤਾਰ ਵਿਰੋਧ ਹੁੰਦਾ ਆਇਆ, ਤੇ ਹੁਣ ਪੰਜਾਬ ਦੀ ਤਸਵੀਰ ਕਿਵੇਂ ਵੇਖਦੇ ਹੋ? ਹੁਣ ਪੰਜਾਬ ਦੇ ਲੋਕ, ਪੰਜਾਬ ਬੜਾ ਖੁਸ਼ਹਾਲ ਪੰਜਾਬ ਬਣੇਗਾ। ਇਹ ਮੋਦੀ ਸਰਕਾਰ ਬਣਾਏਗੀ। ਇਹ ਇਸ ਤਰ੍ਹਾਂ ਬਣਾਏਗੀ ਕਿ ਜੇ ਪੈਸਾ ਹੀ ਹੈ ਨਹੀਂ, ਕਰਜ਼ਾਈ ਹੋ ਗਿਆ, ਬੁਰਾ ਹਾਲ ਹੋ ਗਿਆ, ਤੇ ਇਹਨਾਂ ਦਾ ਸਿਲੰਡਰ ਕਰਨਾ ਬਣਦਾ। ਮੋਦੀ ਸਰਕਾਰ ਦੇ ਦੇਸ਼ ਨੂੰ ਖੜਾ ਕਰ ਸਕਦੀ ਏ, ਤੇ ਪੰਜਾਬ ਤੇ ਪੰਜਾਬੀ ਦੇ ਲੋਕਾਂ ਨੂੰ ਵੀ ਖੜਾ ਕਰ ਸਕਦੀ ਏ। ਮੇਰੇ ਕਹਿਣ ਦਾ ਮਕਸਦ ਹੈ ਜੀ, ਕੋਈ ਗੱਲ ਨਹੀਂ ਹੈਗੀ, ਬਹੁਤ ਵਧੀਆ ਪੰਜਾਬ ਖੜਾ ਹੋਣਾ, ਤੇ ਇੱਥੇ ਰਾਜ ਭਾਰਤੀ ਜਨਤਾ ਪਾਰਟੀ ਦਾ ਬਣਨਾ, ਕਿਸੇ ਹੋਰ ਦਾ ਨਹੀਂ ਬਣਨਾ। ਤੁਸੀਂ ਦੇਖ ਲਿਓ ਅੱਜ ਸਥਿਤੀ ਕੀ ਹੈ, ਪਹਿਲਾਂ ਸਥਿਤੀ ਕੀ ਸੀ, ਹੁਣ ਸਥਿਤੀ ਅੱਗੋਂ ਕੀ ਆਉਣੀ ਹੈ। ਕਿਉਂਕਿ ਕਿਸਾਨ ਵੀ ਇੱਕ ਪਾਰਟੀ ਬਣ ਗਏ, ਉਹਨਾਂ ਨੇ ਵੀ ਚੋਣ ਲੜਨੀ ਹੈ। ਅੱਗੇ ਉਹ ਸਾਰਿਆਂ ਦੇ ਸਾਂਝੇ ਸੀ, ਹੁਣ ਉਹ ਗੱਲ ਨਹੀਂ ਹੈਗੀ। ਕਾਂਗਰਸ ਨੇ ਆਪਣਾ ਬੰਦਾ ਖਿਲਾਰ ਦਿੱਤਾ, ਅਕਾਲੀ ਦਲ ਨੇ ਕਾਂਗਰਸ ਚੋਂ ਲਿਆ ਕੇ ਬੰਦਾ ਖਿਲਾਰ ਦਿੱਤਾ। ਮੇਰਾ ਕਹਿਣ ਦਾ ਮਸਲਾ ਹੈ, ਕੋਈ ਏਮ ਹੀ ਨਹੀਂ ਰਿਹਾ ਪਾਰਟੀਆਂ ਦਾ, ਕੋਈ ਸੰਸਕਾਰ ਹੀ ਨਹੀਂ ਰਿਹਾ ਵੀ ਕੌਣ ਸਾਡਾ ਪੁਰਾਣਾ ਹੈ ਤੇ ਕੌਣ ਸਾਡਾ ਸੇਵਕ ਹੈ, ਤੇ ਕੌਣ ਪਾਰਟੀ ਦਾ ਹਮਦਰਦ ਹੈ, ਕਿੰਨੇ ਪਾਰਟੀ ਖੜੀ ਕੀਤੀ, ਕੌਣ ਤੁਰਿਆ। ਇਹ ਸਾਰੀਆਂ ਗੱਲਾਂ ਇਹ ਬਿਜ਼ਨਸ 'ਚ ਲੈ ਗਏ ਨੇ। ਜਿਸ ਕੈਪਟਨ ਅਮਰਿੰਦਰ ਸਿੰਘ ਤੇ ਤੁਸੀਂ ਸ਼ੁਰੂ ਤੋਂ ਬੋਲਦੇ ਆਏ ਹੋ, ਹੁਣ ਅਲਾਈਅੰਸ ਹੋ ਚੁੱਕਿਆ ਕੈਪਟਨ ਅਮਰਿੰਦਰ ਸਿੰਘ ਦਾ ਬੀਜੇਪੀ ਦੇ ਨਾਲ, ਮੋਢੇ ਨਾਲ ਮੋਢਾ ਜੋੜ ਕੇ ਚੱਲੋ। ਨਹੀਂ, ਮੈਂ ਕੈਪਟਨ ਦੇ ਅਗੇਂਸਟ ਕਦੀ ਨਹੀਂ ਬੋਲਿਆ। ਮੈਂ ਕਾਂਗਰਸ ਦੇ ਅਗੇਂਸਟ ਬੋਲਿਆ। ਮੇਰੇ ਤਾਂ ਜਿਹੜੀ ਪਾਰਟੀ ਤਾਂ ਬੋਲਦੀ ਸੀ ਨਾ, ਜਿਹੜੀ ਸ਼੍ਰੋਮਣੀ ਅਕਾਲੀ ਦਲ ਤਾਂ ਬੋਲਦੀ ਸੀ। ਸ਼੍ਰੋਮਣੀ ਅਕਾਲੀ ਦਲ ਜੇ ਬੋਲਦਾ ਸੀ, ਉਹ ਐਵੇਂ ਜਿਹਾ ਹੀ ਬੋਲਦਾ ਸੀ, ਵਿੱਚੋਂ ਤਾਂ ਦੋਸਤੀ ਸੀ ਇਹਨਾਂ ਦੀ, ਐਵੇਂ ਬੋਲਦਾ ਸੀ। ਤੇ ਹੁਣ ਕੀ ਮੁੱਦੇ ਲੈ ਕੇ ਲੋਕਾਂ 'ਚ ਵਿਚਰੋਗੇ? ਹੁਣ ਅਸੀਂ ਮੁੱਦਾ ਲੈ ਕੇ ਵਿਚਰੇ ਹਾਂ, ਨੰਬਰ 1 ਡਿਵੈਲਪਮੈਂਟ, ਨੰਬਰ 2 ਜਿਹੜੀਆਂ ਪਾਲਿਸੀਆਂ ਭਾਜਪਾ ਦੀਆਂ ਨੇ, ਉਹ ਪਾਲਿਸੀਆਂ ਨੂੰ ਪੰਜਾਬ 'ਚ ਲਿਆਉਣਾ। ਜੇ ਬਾਕੀ ਸਟੇਟਾਂ ਸੁਰੱਖਿਅਤ ਨੇ, ਉਸ ਤਰੀਕੇ ਨਾਲ ਪੰਜਾਬ ਨੂੰ ਸੁਰੱਖਿਅਤ ਬਣਾਉਣਾ। ਫਾਈਨੈਂਸ਼ੀਅਲੀ ਬਹੁਤ ਵੀਕ ਹੈ ਪੰਜਾਬ, ਡਿਵੈਲਪਮੈਂਟ ਵੱਲੋਂ ਬਹੁਤ ਵੀਕ ਹੈ ਪੰਜਾਬ। ਆਪਣਾ ਹਿੱਸਾ ਪਾ ਕੇ ਸੈਂਟਰ ਦੇ ਪੈਸੇ ਵੀ ਨਹੀਂ ਲਾ ਸਕਦਾ। ਜਿੰਨੀਆਂ ਸਹੂਲਤਾਂ ਆਉਂਦੀਆਂ ਨੇ ਸਾਰੀਆਂ ਸੈਂਟਰ ਤੋਂ ਆਉਂਦੀਆਂ ਨੇ, ਕੋਈ ਸਹੂਲਤ ਵੀ ਐਸੀ ਨਹੀਂ ਜਿਹੜੀ ਇਹ ਆਪ ਦੇ ਸਕਣ। ਇਹਨਾਂ ਨੇ ਆਪਣਾ ਹਿੱਸਾ ਪਾਉਣਾ ਹੁੰਦਾ, ਇਹਦਾ ਹਿੱਸਾ ਵੀ ਨਹੀਂ ਪਾ ਸਕਦੀਆਂ, ਭਾਵੇਂ ਹੋਵੇ ਕਾਂਗਰਸ,
ਭਾਵੇਂ ਹੋਵੇ ਅਕਾਲੀ ਦਲ, ਭਾਵੇਂ ਹੋਵੇ ਆਮ ਪਾਰਟੀ, ਭਾਵੇਂ ਹੁਣ ਕਿਸਾਨਾਂ ਦੀ ਪਾਰਟੀ, ਕਿਉਂਕਿ 4 ਪਾਰਟੀਆਂ ਤਾਂ ਸਿੱਧੇ ਤੌਰ ਤੇ ਬਣ ਗਈਆਂ ਤੇ 4-4 ਹੋਰ ਖਲੋ ਜਾਣੇ ਨੇ। ਇਹ 8-8 ਬੰਦਿਆਂ ਨੇ ਇਲੈਕਸ਼ਨ ਲੜਨੀ ਹੈ। ਮੱਕੜ ਸਾਹਿਬ, ਕਾਂਗਰਸ ਦੀ ਗੱਲ ਕਰ ਲੈਂਦੇ ਆ, ਹਜੇ ਵੀ ਖਿੱਚੋਤਾਣ ਚੱਲ ਰਹੀ ਹੈ ਸੀਐਮ ਨੂੰ ਲੈ ਕੇ, ਉਸ ਨੂੰ ਕਿਵੇਂ ਵੇਖਦੇ ਹੋ ਤੁਸੀਂ? ਵੇਖੋ, ਉਹਨਾਂ ਦੀ ਤਾਂ ਖਿਚੜੀ ਪੱਕ ਗਈ, ਉਹ ਹੁਣ ਸਣ ਤੇ ਆਈ ਹੈ, ਉਹ ਤਾਂ ਨਹੀਂ ਉੱਠ ਪਾਣਗੇ ਬਿਲਕੁਲ। ਤੇ ਆਉਣ ਵਾਲਾ ਸਮਾਂ ਉਹਨਾਂ ਵਾਸਤੇ ਬੜਾ ਦੁਖਦਾਈ ਆ ਰਿਹਾ, ਇਹ ਅਲੋਪ ਹੋ ਜਾਣਗੇ, ਜਿੱਤਣਗੇ ਨਹੀਂ। ਆ ਸਾਡੇ ਵਾਲਾ ਤਾਂ ਬਿਲਕੁਲ ਨਹੀਂ ਜਿੱਤੇਗਾ। ਸਰਦਾਰ ਪ੍ਰਗਟ ਸਿੰਘ ਨੇ ਇੱਕ ਮਿਸਾਲ ਪੈਦਾ ਕਰਤੀ ਕਿ ਮੈਂ 10 ਸਾਲਾਂ ਦੇ ਵਿੱਚ ਕਿਸੇ ਲੋਕਾਂ ਕੋਲ ਨਹੀਂ ਆਣਾ ਤੇ ਉਦਾਂ ਹੀ ਵੋਟਾਂ ਲੈਣੀਆਂ। ਉਹ ਕਹਿੰਦਾ ਮੈਂ ਅਖੀਰਲੇ ਦਿਨ ਵੋਟਾਂ ਲੈਣ ਜਾਣਾ ਵਾ, ਮੈਂ ਤਾਂ ਕਦੀ ਨਾ ਕਿਸੇ ਦੇ ਮਰਨੇ ਤੇ ਨਾ ਕਿਸੇ ਪਰਨੇ ਤੇ ਨਾ ਮੈਂ ਕਿਸੇ ਡਿਵੈਲਪਮੈਂਟ 'ਚ ਉਹਦੀ ਮੈਂ ਡਿਵੈਲਪਮੈਂਟ ਦੇਖਦਾ। ਉਹਨੇ ਤਾਂ ਇੱਕ ਢੱਕਣ ਨਹੀਂ ਬਦਲਾਇਆ, ਸੜਕਾਂ ਦਾ ਕੀ ਬਣਾਉਣੀਆਂ ਨੇ, ਵੱਡੇ ਕੰਮ ਤਾਂ ਕੀ ਕਰਨੇ ਨੇ। ਜੋ ਛਾਉਣੀ ਦੀਆਂ ਲੋਕ ਮੰਗ ਕਰਦੇ ਸੀ ਕਿ ਸਾਡੇ ਜਿਹੜੇ ਮਕਾਨ ਨੇ ਇਹ ਸਾਨੂੰ ਬਣਾਉਣ ਨਹੀਂ ਦਿੰਦੇ, ਕਰਪਸ਼ਨ ਹੁੰਦੀ ਏ, ਸਾਡੇ ਜਿਹੜੇ ਨਕਸ਼ੇ ਨੇ ਉਹ ਪਾਸ ਨਹੀਂ ਹੁੰਦੇ, ਸਾਨੂੰ ਰਜਿਸਟਰੀ ਨਹੀਂ ਕਰਕੇ ਦਿੱਤੀ ਜਾਂਦੀ, ਰਾਤ ਨੂੰ ਸਾਰੇ ਗੇਟ ਬੰਦ ਕਰ ਦਿੱਤੇ ਜਾਂਦੇ ਨੇ, ਉਹ ਸਾਰੀਆਂ ਚੀਜ਼ਾਂ ਉੱਥੇ ਦੀਆਂ ਉੱਥੇ ਖੜੀਆਂ। ਤੇ ਪ੍ਰਗਟ ਸਿੰਘ ਨੂੰ ਲੋਕਾਂ ਨੇ 2 ਵਾਰੀ ਐਮਐਲਏ ਬਣਾਤਾ, ਪਰ ਉਸ ਬੰਦੇ ਨੇ ਜਰਾ ਵੀ ਧਿਆਨ ਨਹੀਂ ਕੀਤਾ। 100 ਦਿਨ ਦੀ ਸਰਕਾਰ ਦੇ ਵਿੱਚ ਆ ਕੇ ਲੱਗੇ ਤਾਂ ਪਾੜਾ ਪਾਣ ਸੀ, ਪਰ ਜਦੋਂ ਮੰਤਰੀਸ਼ਿਪ ਮਿਲ ਗਈ ਤੇ ਸਿੱਧੂ ਸਾਹਿਬ ਨਾਲ ਪ੍ਰਧਾਨ ਬਣ ਗਏ, ਫਿਰ ਟਿਕ ਗਏ। ਨਹੀਂ ਤੇ ਇਹ ਵੀ ਪਿਛਲੀ ਵਾਲੀ ਗੱਲ ਹੀ ਹੋਣੀ ਸੀ, ਜਿਵੇਂ ਪਿੱਛੇ ਭੱਜੇ ਸੀ ਉਦੋਂ ਹੀ ਭੱਜਣਾ ਸੀ ਇਹਨਾਂ ਨੇ। ਤੇ ਮੱਕੜ ਸਾਹਿਬ, ਮੁਕਾਬਲਾ ਕਿਸ ਪਾਰਟੀ ਨਾਲ ਸਮਝਦੇ ਹੋ? ਕਿਉਂਕਿ ਇਸ ਵਾਰ ਤਾਂ ਪਾਰਟੀਆਂ ਵੀ ਬਹੁਤ ਨੇ, ਕਿਸਾਨ ਵੀ ਮੋਰਚਾ ਖੋਲ ਚੁੱਕੇ ਨੇ, ਮੈਦਾਨ 'ਚ ਉਤਰ ਆਏ ਨੇ, ਚੋਣਾਂ ਲੜ ਰਹੇ ਨੇ, ਮੁਕਾਬਲਾ ਕਿਹਦੇ ਨਾਲ ਸਮਝਦੇ ਹੋ? ਵੇਖੋ, 5 ਕੋਨੇ ਮੁਕਾਬਲੇ ਨੇ, ਪਰ ਮੈਂ ਇਹਨਾਂ ਨੂੰ ਮੁਕਾਬਲੇ ਨਹੀਂ ਕਹਿੰਦਾ। ਜਿਹੜੇ ਹੁਣ ਆਹ 2 ਬੰਦਿਆਂ ਨੂੰ ਤਾਂ ਲੋਕਾਂ ਨੇ ਦੇਖ ਲਿਆ। ਜਗਬੀਰ 10 ਸਾਲਾਂ ਬਾਅਦ ਆਇਆ, 3 ਪਾਰਟੀਆਂ ਬਦਲ ਕੇ, ਤੇ ਕਦੀ ਕਿਸੇ ਨੂੰ ਮਿਲਿਆ ਨਹੀਂ, ਕਦੀ ਕਿਸੇ ਨਾਲ ਨੇੜਤਾ ਨਹੀਂ, ਝੂਠਾ ਕਿਸੇ ਨੂੰ ਟੈਲੀਫੋਨ ਕਰਤਾ ਹੋਵੇ ਤੇ ਮੈਨੂੰ ਪਤਾ ਨਹੀਂ। ਤੇ ਪ੍ਰਗਟ ਸਿੰਘ ਜਿੰਦੇ ਜੀ 10 ਸਾਲ ਇੱਥੇ ਐਮਐਲਏ ਮਿਨਿਸਟਰ ਰਿਹਾ, ਤੇ ਹੁਣ ਚੋਰੀ, ਹੁਣ ਇਹ ਨਹੀਂ ਕਿ ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ, ਹੁਣ ਸੜਕਾਂ ਬਣਾਉਣਾ ਚਾਹੁੰਦਾ ਹੈ। ਜਿਹੜੇ ਸੀਵਰੇਜ ਦਾ ਕ੍ਰੈਡਿਟ ਲੈਂਦਾ ਉਹ ਸਾਰਾ ਤਾਂ ਅਸੀਂ ਪਾਇਆ, ਉਹ ਸਾਰੀ ਪਿਕਚਰ ਤਾਂ ਅਸੀਂ ਪੇਸ਼ ਕੀਤੀ। ਜਿਹੜੀ ਉਹਨੇ ਟ੍ਰੀਟਮੈਂਟ ਪਲਾਂਟ ਦਾ ਕਿਹਾ ਸੀ, ਉਹ ਟ੍ਰੀਟਮੈਂਟ ਜਾ ਕੇ ਵੇਖੋ ਸਾਰਾ ਬੰਦ ਪਿਆ। ਤੇ ਟ੍ਰੀਟਮੈਂਟ ਪਲਾਂਟ ਇਸ ਵੇਲੇ ਬਹੁਤ ਵੱਡੀਆਂ ਗੈਸਾਂ ਛੱਡ ਰਿਹਾ ਤੇ ਲੋਕਾਂ ਨੂੰ ਬਿਮਾਰ ਕਰ ਰਿਹਾ। ਕਰੋਨਾ 'ਚ ਵੀ ਉਹਨੇ ਲੋਕ ਬਿਮਾਰ ਕੀਤੇ ਨੇ। ਤੇ ਇਹ 2 ਮੁੱਦਿਆਂ ਤੇ ਲੋਕਾਂ ਦੇ ਸਾਹਮਣੇ ਆਇਆ ਸੀ ਕਿ ਮੇਰਾ ਡੇਅਰੀ ਫਾਰਮ ਵਧੀਆ ਤਿਆਰ ਕਰਕੇ ਬਾਹਰ ਕੱਢਿਆ ਜਾਏ। ਉਸ ਤੋਂ ਬਾਅਦ ਕਹਿੰਦਾ ਸੀ ਕਿ ਮੈਂ ਟ੍ਰੀਟਮੈਂਟ ਪਲਾਂਟ ਬਾਹਰ ਕਢਾਉਣਾ ਹੈ। ਇੱਕ ਕੰਮ ਨਹੀਂ ਭਾਈ ਸਾਹਿਬ ਉਹਨੇ ਕੀਤਾ, ਸਿਰਫ ਆਪਣਾ ਫਾਇਦਾ ਚੁੱਕਿਆ। ਜੋ ਚਾਹੁੰਦਾ ਸੀ ਮੈਂ ਮਿਨਿਸਟਰ ਬਣਨਾ, ਬਣ ਗਿਆ। ਤੁਹਾਡੇ ਗੱਠਜੋੜ 'ਚ ਕੀ ਲੱਗਦਾ ਸੀਐਮ ਦਾ ਚਿਹਰਾ ਕੌਣ ਹੋਊਗਾ? ਸਾਡੇ ਗੱਠਜੋੜ ਦਾ ਸੀਐਮ ਬਹੁਤ ਵਧੀਆ ਹੋਏਗਾ। ਪਾਰਟੀ ਫੈਸਲਾ ਕਰੇਗੀ, ਕੋਈ ਕਿੰਤੂ ਪਰੰਤੂ ਨਹੀਂ, ਕੋਈ ਭੁੱਖ ਨਹੀਂ ਕਿਸੇ ਨੂੰ, ਕੋਈ ਲਾਲਸਾ ਨਹੀਂ। ਹੁਣ ਜਿਵੇਂ ਮੈਂ ਪਾਰਟੀ 'ਚ ਆਇਆ, ਮੈਂ ਪਾਰਟੀ ਨੂੰ ਸ਼ਰੇਆਮ ਕਿਹਾ ਸੀ ਕਿ ਜਿਹਨੂੰ ਮਰਜ਼ੀ ਲੜਾਓ, ਮੈਨੂੰ ਇਹਦਾ ਕੋਈ ਇਤਰਾਜ਼ ਨਹੀਂ, ਪਰ ਮੈਂ ਕੈਂਟ ਤੋਂ ਚੋਣ ਲੜੀ, ਜੇ ਲੜਾਂਗਾ ਤਾਂ ਕੈਂਟ ਤੋਂ ਲੜਾਂਗਾ, ਬਾਕੀ ਤੁਹਾਡੀ ਮਰਜ਼ੀ ਹੈ। ਨਾ ਹੋਇਆ ਤਾਂ ਤੁਹਾਡਾ ਕੰਪੇਨਰ ਬਣ ਕੇ ਕੰਪੇਨ ਕਰਾਂਗਾ। ਪਰ ਪਾਰਟੀ ਨੇ ਸੋਚਿਆ ਕਿ ਅਸੀਂ ਇਹਨਾਂ ਨੂੰ ਕੈਂਡੀਡੇਟ ਬਣਾਉਣਾ ਹੈ ਤੇ ਮੈਂ ਉਹਨਾਂ ਦਾ ਧੰਨਵਾਦ ਕੀਤਾ। ਕੀ ਲੱਗਦਾ ਕੈਪਟਨ ਅਮਰਿੰਦਰ ਸਿੰਘ ਹੋ ਸਕਦੇ ਨੇ ਚਿਹਰਾ, ਜਾਂ ਕੋਈ ਬੀਜੇਪੀ ਦਾ? ਨਹੀਂ, ਮੈਂ ਕੋਈ ਬਿਆਨਬਾਜ਼ੀ ਨਹੀਂ ਕਰ ਸਕਦਾ। ਅਜੇ ਕੋਈ ਇਹ ਵਿਉਂਤ ਸ਼ੁਰੂ ਨਹੀਂ ਹੋਈ, ਅਜੇ ਗੱਲ ਸ਼ੁਰੂ ਹੀ ਨਹੀਂ ਹੋਈ। ਸਾਡੀਆਂ ਟਿਕਟਾਂ ਹੀ ਕੱਲ ਫਾਈਨਲ ਹੋਈਆਂ ਨੇ। ਮੈਨੂੰ ਪਰਸੋਂ ਜੇ ਇਹਨਾਂ ਨੇ ਟਿਕਟ ਦਿੱਤੀ ਹੈ ਤੇ ਅਸੀਂ ਤਾਂ ਸ਼ੁਰੂਆਤ ਕੀਤੀ ਆਪਣੀ। ਲੋਕਾਂ 'ਚ ਜਾ ਰਹੇ ਹੋ, ਕਿਹੋ ਜਿਹਾ ਰਿਸਪੌਂਸ ਮਿਲ ਰਿਹਾ? ਬਹੁਤ ਆਨੰਦ ਆ ਰਿਹਾ ਜੀ। ਮੇਰੇ ਵਾਸਤੇ ਤਾਂ ਉਹੀ ਦਿਨ ਨੇ ਜੋ ਮੈਂ 7 ਸਾਲ ਇੱਥੇ ਗੁਜ਼ਾਰੇ ਨੇ। ਜੋ ਮੈਂ 16 'ਚ ਆਇਆ ਸੀ, 3 ਸੰਗਤ ਦਰਸ਼ਨ ਕਰਾਏ ਸੀ, ਲੱਖਾਂ ਰੁਪਏ ਪਿੰਡਾਂ ਦਿੱਤੇ, ਸਾਰੇ ਸਰਪੰਚ ਸੁਣ ਲੈਣ। ਮੇਰੇ ਬਰਾਬਰ ਜੇ ਕਿਸੇ ਇੱਕ ਪਿੰਡ 'ਚ ਵੀ ਪ੍ਰਗਟ ਨੇ ਅੱਜ ਤੱਕ ਕੋਈ ਪੈਸਾ ਦਿੱਤਾ ਹੋਵੇ ਤੇ ਮੈਂ ਜ਼ਿੰਮੇਵਾਰ ਹਾਂ। ਦੂਜੀ ਗੱਲ, ਲੱਖਾਂ ਰੁਪਏ ਦੇਣ ਤੋਂ ਬਾਅਦ ਜਿਹੜਾ ਪ੍ਰੋਜੈਕਟ ਮੇਰੇ ਸਾਹਮਣੇ ਆ ਗਿਆ, ਅੱਜ ਜਿਹੜਾ ਸੀਵਰੇਜ ਪੈਣ ਡਿਆ ਨਾਲੇ ਤੇ, ਉਹ ਮੇਰਾ ਪਾਇਆ ਪੈ ਰਿਹਾ, ਪ੍ਰਗਟ ਦਾ ਨਹੀਂ ਪਾਇਆ ਪੈ ਰਿਹਾ। ਉਹ ਪ੍ਰੋਸੈਸ ਹੁੰਦਾ ਰਿਹਾ ਨਾ, ਤੇ ਟਾਈਮ ਇਹਨਾਂ ਦਾ ਆ ਗਿਆ। ਇਹਨਾਂ ਨੇ ਸਾਰੇ ਕੰਮ ਰੋਕ ਲਏ ਅਮਰਿੰਦਰ ਸਿੰਘ ਨੇ। ਇਹਨਾਂ ਨੇ ਤਾਂ ਪੰਚਾਇਤਾਂ ਤੋਂ ਵੀ ਪੈਸੇ ਵਾਪਸ ਲੈ ਲਏ ਸੀ ਸਾਡੇ ਦਿੱਤੇ ਹੋਏ, ਬਾਅਦ 'ਚ ਇਹਨਾਂ ਨੇ ਅਨਾਉਂਸ ਕੀਤੇ। ਕੀ ਲੱਗਦਾ ਜੇ ਵੀ ਕਿਹੜੇ ਮੁੱਦੇ ਨੇ ਜਿਹੜੇ ਕੰਮ ਹੋਣ ਵਾਲੇ ਨੇ, ਕੰਮ ਨਹੀਂ ਹੋਏ? ਨੰਬਰ 1 ਦਾ ਛਾਉਣੀ ਕੈਂਟ ਦੇ ਵਿੱਚ ਜੋ ਹੋਣ ਵਾਲਾ ਸੈਂਟਰ ਸਰਕਾਰ ਨੇ ਕਰਨਾ ਹੈ। ਇਹ ਸਾਰੇ ਲੋਕ ਸੁਣ ਲੈਣ, ਇਹਨਾਂ ਲੋਕਾਂ ਨੇ ਨਹੀਂ ਕਰਨਾ। ਸੈਂਟਰ ਦੀ ਸਰਕਾਰ ਮੇਰੀ ਹੈ, ਮੈਂ ਸੈਂਟਰ ਵੱਲੋਂ ਨੁਮਾਇੰਦਾ ਵਾਂ, ਮੈਂ ਸੈਂਟਰ ਵੱਲੋਂ ਉਹਨਾਂ ਦਾ ਅਹੁਦੇਦਾਰ ਆ, ਮੈਂ ਸੈਂਟਰ ਵੱਲੋਂ ਇਲੈਕਸ਼ਨ ਲੜ ਰਿਹਾ। ਮੋਦੀ ਸਾਹਿਬ ਦੇ ਗ੍ਰਹਿ ਮੰਤਰੀ ਨੇ ਸਾਰਾ ਕੁਝ ਦੇਣਾ ਹੈ, ਭਾਵੇਂ ਗੇਟ ਖੁੱਲ੍ਹਣੇ ਨੇ, ਭਾਵੇਂ ਰਜਿਸਟਰੀਆਂ ਹੋਣੀਆਂ ਨੇ, ਤੇ ਚਾਹੇ ਹੋਰ ਬਾਕੀ ਮਕਾਨ ਬਣਾਉਣ ਵਾਲੀਆਂ ਦਿੱਕਤਾਂ ਨੇ। ਪਹਿਲਾਂ ਮਕਾਨ, ਕੱਪੜਾ ਮਕਾਨ ਹੋਣਾ ਚਾਹੀਦਾ, ਉੱਥੇ ਬੜੀ ਦਿੱਕਤ ਹੈ। ਤੇ ਲੋਕ ਰਾਤ ਜੇ ਬਿਮਾਰ ਵੀ ਹੋ ਜਾਣ ਤੇ ਉਹ
ਜਾਣਾ ਵੀ ਉਹਨਾਂ ਨੂੰ ਬੜਾ ਮੁਸ਼ਕਲ ਹੋ ਜਾਂਦਾ। ਉੱਥੇ ਦਾ ਹਸਪਤਾਲ ਤਾਂ ਉੱਥੇ ਹੈ ਹੀ ਨਹੀਂ। ਇੱਕ ਆਰਮੀ ਹਸਪਤਾਲ ਵਧੀਆ ਹੈਗਾ, ਉਹ ਆਰਮੀ ਵਾਲਿਆਂ ਵਾਸਤੇ ਹੈ, ਪਰ ਆਉਣ ਵਾਲੇ ਸਮੇਂ 'ਚ ਹਸਪਤਾਲ ਵੀ ਬਣਾਵਾਂਗੇ, ਗੇਟ ਵੀ ਖੁਲਵਾਵਾਂਗੇ, ਰਜਿਸਟਰੀਆਂ ਵੀ ਕਰਵਾਵਾਂਗੇ, ਤੇ ਜਿਹੜਾ ਮਲਬੇ ਦੇ ਰੂਪ ਦੇ ਵਿੱਚ ਰਜਿਸਟਰੀ ਕਰਦੇ ਉਹਨੂੰ ਖਤਮ ਕਰਾ ਕੇ ਇਹਨਾਂ ਦੇ ਹੱਕ ਦਵਾਵਾਂਗੇ। ਉਹ ਸਿਰਫ ਸੈਂਟਰ ਦੇ ਸਕਦਾ, ਦਵਾਵਾਂਗੇ ਛੋਣੀ ਦੇ ਅਸੂਲ ਮੁਤਾਬਕ। ਮੱਕੜ ਸਾਹਿਬ, ਆਖਰੀ ਸਵਾਲ, ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਲੋਕਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ 7 ਸਾਲ ਲਗਾਤਾਰ ਕੈਂਪ ਦੀ ਸੇਵਾ ਕੀਤੀ ਹੈ, ਹਾਰ ਕੇ ਵੀ ਨਹੀਂ ਗਿਆ। ਸਾਰੇ ਕਿਸਾਨ ਵੀਰਾਂ ਨੂੰ ਪਤਾ ਹੈ ਮੈਂ ਕਿਸਾਨ ਅਤੈਸ਼ੀ ਹਾਂ, ਮੈਂ ਸਿੱਖਾਂ ਦਾ ਨੁਮਾਇੰਦਾ ਵਾਂ। ਮੈਂ ਜਿੰਨੇ NRI ਸਿੱਖ ਨੇ ਸਾਰਿਆਂ ਦੇ ਯੂਨਿਟ ਦੇ ਵਿੱਚ ਬਾਹਰ ਉਹਨਾਂ ਦਾ ਪਰਿਵਾਰਕ ਮੈਂਬਰ ਹਾਂ। ਬਾਹਰਲਿਆਂ ਦੀ ਜੇ ਕੋਈ ਗੱਲ ਹੋਏਗੀ, ਕਿਸਾਨ ਦੀ ਕੋਈ ਗੱਲ ਹੋਏਗੀ, ਟਾਈਮ ਤੋਂ ਪਹਿਲਾਂ ਉਹਨੂੰ ਹੱਲ ਕਰਾਇਆ ਜਾਏਗਾ, ਤੇ ਟਾਈਮ ਤੋਂ ਪਹਿਲਾਂ ਹੱਲ ਕਰਾ ਕੇ ਮਲਮ ਲਾਇਆ ਜਾਏਗਾ। ਉਦੋਂ ਹੁਣ ਫਿਰੋਜ਼ਪੁਰ ਦੇ ਵਿੱਚ 700 ਬੰਦੇ ਦਾ ਇਹਨਾਂ ਨੇ ਕਿਹਾ ਸੀ ਵੀ ਸਾਡਾ ਐਕਸਪਾਇਰ ਹੋਇਆ, 406 ਦੀਆਂ ਲਿਸਟਾਂ ਬਣੀਆਂ ਸੀ, ਤੇ ਮੋਦੀ ਸਾਹਿਬ ਨੇ ਸਾਰਿਆਂ ਨੂੰ ਕੰਪਲਸੇਟ ਕਰਕੇ ਜਾਣਾ ਸੀ, ਉਹਨਾਂ ਦੇ ਪੈਸੇ ਦੇਣੇ ਸੀ। ਨਾਲ ਬਹੁਤ ਵੱਡੀ ਜਿਹੜੀ ਉੱਥੇ ਡਿਵੈਲਪਮੈਂਟ ਦੇ ਕੰਮਾਂ ਦੇ ਵਾਸਤੇ ਸਾਰੇ ਉਹਨਾਂ ਨੇ ਅਨਾਉਂਸ ਕਰਕੇ ਜਾਣੇ ਸੀ, ਪਰ ਬਹੁਤ ਵੱਡੀ ਗਲਤੀ ਕੀਤੀ ਚੀਫ ਮਿਨਿਸਟਰ ਨੇ ਜਾਂ ਕਾਂਗਰਸ ਸਰਕਾਰ ਨੇ, ਜਿਹੜਾ ਪ੍ਰਧਾਨ ਮੰਤਰੀ ਵਰਸਸ ਕਾਂਗਰਸ ਬਣਾ ਕੇ ਉਹਨਾਂ ਦਾ ਰਸਤਾ ਰੋਕ ਦਿੱਤਾ। ਉਹਦੇ ਨਾਲ ਪੰਜਾਬ ਦਾ ਬੜਾ ਵੱਡਾ ਨੁਕਸਾਨ ਹੋਇਆ, ਪਰ ਉਹ ਸਾਰਾ ਅਸੀਂ ਦਵਾਉਣਾ ਹੈ, ਉਹ ਦਿੱਤਾ ਜਾਣਾ ਹੈ। ਪਰ ਤੁਸੀਂ ਸਾਰੀ ਪਾਰਟੀ ਦੇ ਮਿਹਰਬਾਨੀ ਕਰੋ, ਜੇ ਕੋਈ ਭੜਕਾਵੇ ਕਿ ਮੋਦੀ ਨੇ ਸਾਲ 22 ਰੱਖਿਆ, ਉਹਨੇ ਫਾਇਦੇ ਵਾਸਤੇ ਕੀਤਾ ਸੀ ਜਾਂ ਨੁਕਸਾਨ ਵਾਸਤੇ ਕੀਤਾ ਸੀ? ਇੱਕ ਇਨਸਾਨ ਨੇ, ਪ੍ਰਾਈਮ ਮਿਨਿਸਟਰ ਨੇ ਜਦ ਮਾਫੀ ਮੰਗ ਲਈ ਤੇ ਕਾਨੂੰਨ ਵਾਪਸ ਲੈ ਲਏ, ਇਹ ਹੁਣ ਭੜਕਾਉਣ ਵਾਸਤੇ ਲੋਕ ਗੱਲਾਂ ਕਰਦੇ ਨੇ, ਪਰ ਕੋਈ ਭੜਕਾਹਟ ਨਹੀਂ ਹੈਗੀ ਕਿਸੇ ਪਿੰਡ 'ਚ। ਮੈਂ ਸਾਰੇ ਪਿੰਡਾਂ ਜਾਣਾ, ਸਾਰਿਆਂ ਦਾ ਆਸ਼ੀਰਵਾਦ ਸਾਡੇ ਨਾਲ ਹੈ, ਕੋਈ ਬੰਦਾ ਸਾਡੇ ਤੋਂ ਦੂਰ ਨਹੀਂ ਜਾਏਗਾ। ਸਾਡੀ ਆਪਣੀ ਪੱਗ ਨੂੰ ਦੇਖ ਕੇ ਲੋਕ ਵੋਟਾਂ ਪਾਉਣਗੇ, ਪਾਰਟੀ ਨੂੰ ਵੋਟਾਂ ਪਾਉਣਗੇ, ਅਸੀਂ ਸਾਰਿਆਂ ਨਾਲੋਂ ਵੱਧ ਵੋਟਾਂ 'ਤੇ ਜਿੱਤਾਂਗੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਜਣੇ ਰਲ ਕੇ ਮੇਰੀ ਮਦਦ ਕਰੋ। ਜੇ ਮੈਂ ਕੰਮ ਕੀਤੇ ਨੇ ਤੇ ਮੈਨੂੰ ਵੋਟਾਂ ਪਾਓ, ਤੇ ਜਿਹੜੇ ਆ ਦੂਸਰੇ ਨੇ ਇਹਨਾਂ ਨੂੰ ਤੁਸੀਂ ਨਿੰਦਿਓ ਮੇਰੇ ਸਾਹਮਣੇ ਬੈਠ ਕੇ, ਤੇ ਜੇ ਇਹਨਾਂ ਨੂੰ ਵੋਟਾਂ ਪਾਓਗੇ ਤੇ ਕੱਲ ਨੂੰ ਲੋਕ ਮੰਨਣਗੇ ਨਹੀਂ। ਸ਼੍ਰੋਮਣੀ ਅਕਾਲੀ ਦਲ ਨੇ ਧੋਖਾ ਕੀਤਾ ਮੇਰੇ ਨਾਲ, ਮੈਂ ਪਾਰਟੀ ਨਾਲ ਧੋਖਾ ਨਹੀਂ ਕੀਤਾ, ਤੇ ਇਸ ਕਰਕੇ ਤਕੜੇ ਹੋਵੋ। ਆਪਾਂ ਪ੍ਰਮੋਸ਼ਨ ਲਈ, ਆਪਾਂ ਨਮੋਸ਼ਨ ਨਹੀਂ ਲਈ। ਆਪਾਂ ਇੱਕ ਖੇਤਰੀ ਪਾਰਟੀ ਨੂੰ ਛੱਡ ਕੇ 14 ਬੰਦੇ ਵਾਲੀ ਨੂੰ ਆਪਾਂ ਵੱਡੀ ਪਾਰਟੀ 'ਚ ਗਏ ਆ, ਤੇ ਤੁਸੀਂ ਮੇਰੇ ਮਾਲਕ ਹੋ। ਮੈਂ ਆਪਣੇ ਸੰਗਤ ਦੇ ਸਿਰ ਤੇ ਟਿਕਟ ਲਈ ਹੈ, ਸੰਗਤ ਦੇ ਸਿਰ ਤੇ ਜਿੱਤਣੀ ਹੈ, ਤੇ ਜੇ ਮੈਨੂੰ ਯਾਦ ਵੀ ਖਲੋਣਾ ਪੈਂਦਾ ਤੇ ਮੈਂ ਤਾਂ ਵੀ ਜਿੱਤ ਜਾਂਦਾ। ਸ਼ੁਕਰੀਆ ਮੱਕੜ ਸਾਹਿਬ। ਥੈਂਕ ਯੂ ਸਰ, ਥੈਂਕ ਯੂ। ਸੋ ਇਹ ਸਨ ਸਰਬਜੀਤ ਸਿੰਘ ਮੱਕੜ, ਜਿਹੜੇ ਜਲੰਧਰ ਕੈਂਟ ਤੋਂ ਉਮੀਦਵਾਰ ਨੇ, ਬੀਜੇਪੀ ਵੱਲੋਂ ਲੜ ਰਹੇ ਨੇ। ਹਾਲਾਂਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ 2017 'ਚ ਚੋਣ ਲੜੇ ਸੀ। ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇੱਕ ਮੌਕਾ ਬੀਜੇਪੀ ਨੂੰ ਦਿੱਤਾ ਜਾਵੇ, ਕਿਉਂਕਿ ਸੈਂਟਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ, ਤੇ ਜਿਹੜੇ ਮੁੱਦੇ ਜਲੰਧਰ ਕੈਂਟ ਦੇ ਪਏ ਨੇ, ਉਹ ਮੁੱਦੇ ਜਿਹੜੇ ਨੇ ਪਹਿਲ ਦੇ ਆਧਾਰ ਤੇ ਉਹ ਹੱਲ ਕਰਨਗੇ। ਸੋ ਵੇਖਣਾ ਹੋਵੇਗਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਲੋਕ ਕੀ ਫੈਸਲਾ ਕਰਦੇ ਨੇ, ਕਿਹੜੀ ਸਰਕਾਰ ਨੂੰ ਮੌਕਾ ਦਿੰਦੇ ਨੇ, ਤੇ ਕਿਹੜੀ ਪਾਰਟੀ ਤੇ ਮੋਹਰ ਲਾਉਂਦੇ ਨੇ। ਕੈਮਰਾ ਪਰਸਨ ਡਿੰਪਲ ਦੇ ਨਾਲ ਅਮਨਦੀਪ ਸਿੰਘ, ਅਜੀਤ ਵੈਬ TV, ਜਲੰਧਰ।